Hello students, we will continue with our lesson 6 molecular basis of inheritance. Students ਅਸੀਂ ਆਪਣੀ previous lecture ਦੇ ਵਿੱਚ DNA ਦੇ structure ਬਾਰੇ discuss ਕੀਤਾ ਸੀਗਾ. So students ਅੱਜ ਅਸੀਂ ਆਪਣਾ topic ਲਵਾਂਗੇ the search for genetic material. ਔਰ ਅਸੀਂ ਪਹਿਲਾਂ discuss ਕਰ ਚੁੱਕੇ ਹੈਗੇ ਆ ਕਿ ਫਰਾਈਡਰਿਕ ਨੀਸ਼ਚਰ ने in 1869 फ्राइडरिच मिस्टर in 1869 उन्हें आइडेंटिफाई किया डीएनए एज एन एसिडिक सब्सटेंस प्रेजेंट इन द न्यूक्लियस ऑफ द पस सेल्स और उन्हें उन्होंने की डीएनए को की नाम दिता ही नेम्ड इट न्यूक्लियन पस सेल्स दे न्यूक्लियस विच उन्हें डिस्कवर किया सीगा कि डीएनए एज एन एसिडिक सब्सटेंस ਤੇ ਸਟੂਡੈਂਟਸ ਮੈਂਡਲ ਜਿਹੜਾ ਸੀਗਾ ਉਹਨੇ ਕੀ ਪ੍ਰਪੋਜ਼ ਕੀਤਾ ਹੀ ਪ੍ਰਪੋਜ਼ ਦਾ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਇਹ ਜਿਹੜੇ ਦੋਨੋਂ ਸੀਗੇ ਕਿ ਮੈਂਡਲ ਔਰ ਫਰਾਈਡਰਿਚ ਰੀਸ਼ਟਰ ਉਹ ਦੋਨਾਂ ਨੇ ਇੱਕੋ ਟਾਈਮ ਤੇ ਇਹ ਆਪਣੇ ਦੋਨਾਂ ਉਹਨਾਂ ਨੇ ਜੋ ਵੀ ਡਿਸਕਵਰੀ ਸੀਗੀਆਂ ਉਹ ਇੱਕੋ ਟਾਈਮ ਤੇ ਹੋਈਆਂ ਸੀਗੀਆਂ ਬਟ ਦੈਟ ਦਾ ਡੀਐਨਏ ਐਕਟ ਐਜ਼ ਐਨ genetic material it took long to be discovered and proven पर ये कि डीएनए ਜਿਹੜਾ ਹੈਗਾ ਜੈਨੇਟਿਕ ਮਟੀਰੀਅਲ ਦੇ ਤੌਰ ਤੇ ਕੰਮ ਕਰਦਾ ਹੈਗਾ ਜਾਂ ਇਹਦੇ ਬਾਰੇ ਕਾਫੀ ਜਿਹੜੀਆਂ ਹਜੇ ਡਿਸਕਵਰੀਜ਼ ਹੋਣੀਆਂ ਸੀ ਇਹਨੂੰ ਪ੍ਰੂਫ ਕਰਨ ਦੀ ਹਜੇ ਜ਼ਰੂਰਤ ਸੀਗੀ ਸੋ ਕਈ ਸਾਇੰਟਿਸਟ ਸੀਗੇ ਜਿਵੇਂ ਮੈਂਡਲ ਹੋ ਗਿਆ ਸਟਨ ਹੋ ਗਿਆ ਟੀ.ਐਚ. ਮਾਰਗਨ ਤੇ ਹੋਰ ਸਾਰੇ ਸਾਇੰਟਿਸਟ ਉਹਨਾਂ ਨੇ ਆਪਣੀਆਂ ਰਿਸਰਚਸ ਕੀਤੀਆਂ ਬਟ ਦ ਕੁਐਸਚਨ ਆਫ ਵਟ ਮੋਲੀਕਿਊਲ ਵਾਸ ਐਕਚੁਅਲੀ ਦ ਜੈਨੇਟਿਕ ਮਟੀਰੀਅਲ ਹੈਜ਼ ਨਾਟ ਬੀਨ ਆਨਸਰਡ पर इस क्वेश्चन का आंसर तक नहीं मिलिया सीगा कि केड़ा मॉलिक्यूल हैगा या जेड़ा जेनेटिक मटीरियल के तौर पे काम करता हैगा सो स्टूडेंट्स असी अपना नेक्स्ट ट्रांसफॉर्मिंग प्रिंसिपल डिस्कस करांगे स्टूडेंट्स इन 1928 1928 ਵਿੱਚ ਫ੍ਰੈਡਰਿਕ ਗ੍ਰਿਫਥ ਸਟੂਡੈਂਟਸ ਹੁਣ ਇਹਨਾਂ ਦੋਨਾਂ ਵਿੱਚ ਕੰਫਿਊਜ਼ ਨਹੀਂ ਹੋਣਾ ਇਹ ਫ੍ਰਾਈਡਰਿਚ ਮਿਸਟਰ ਹੈ ਜਿਨੇ DNA in 1869 in the nucleus of the pus cells discover ਕੀਤਾ ਸੀ ਤੇ ਉਹਨੂੰ ਨਿਊਕਲੀਅਨ ਦਾ ਨਾਮ ਦਿੱਤਾ ਸੀ ਤੇ ਫ੍ਰੈਡਰਿਕ ਗ੍ਰਿਫਥ ਜਿਹੜਾ ਸੀ ਇਹਨੇ 1928 ਦੇ ਵਿੱਚ ਸੀਰੀਜ਼ ਆਫ ਐਕਸਪੈਰੀਮੈਂਟ ਪਰਫਾਰਮ ਕੀਤੇ ਵਿਦ ਸਟ੍ਰੈਪਟੋਕੋਕਸ ਨਿਮੋਨੀਆ ਬੈਕਟੀਰੀਆ ਜਿਹੜਾ ਹੈਗਾ ਆ ਉਹਦੇ ਤੇ ਐਫ ਗ੍ਰਿਫਥ ਨੇ ਆ ਸੀਰੀਜ਼ ਆਫ ਐਕਸਪੈਰੀਮੈਂਟ ਪਰਫਾਰਮ ਕੀਤੇ ਇਹ ਜਿਹੜਾ ਸਟ੍ਰੈਪਟੋਕੋਕਸ ਨਿਮੋਨੀਆ ਸੀ it is responsible for pneumonia disease और एफ ग्रिफ्थ जेड़ा हैगा या उन्हें की विटनेस किया ही विटनेस्ड आ मिरेकुलस ट्रांसफॉर्मेशन इन द बैक्टीरिया उन्हें देखा कि बैक्टीरिया जेड़ा है ओदे विच बड़ा अद्भुत जी ट्रांसफॉर्मेशन हुई है चेंज हुई है ड्यूरिंग द कोर्स ऑफ एक्सपेरिमेंट्स अ लिविंग बैक्टीरिया हैज चेंज्ड इन फिजिकल फॉर्म ਉਹਦੇ ਉਹਨੇ ਦੇਖਿਆ ਕਿ ਉਹਦੇ ਐਕਸਪੈਰੀਮੈਂਟਸ ਦੇ ਦੌਰਾਨ ਉਹਨੇ ਦੇਖਿਆ ਕਿ ਜਿਹੜਾ ਲਿਵਿੰਗ ਬੈਕਟੀਰੀਆ ਆ ਉਹਨੇ ਆਪਣੀ ਫਿਜ਼ੀਕਲ ਫਾਰਮ ਜਿਹੜੀ ਆ ਉਹ ਚੇਂਜ ਕਰ ਲਈ ਵੈਨ ਸਟ੍ਰੈਪਟੋਕੋਕਸ ਨਿਮੋਨੀਆ ਬੈਕਟੀਰੀਆ ਆਰ ਗਰੋਨ ਔਨ ਅ ਕਲਚਰ ਪਲੇਟ ਸਮ ਪ੍ਰੋਡਿਊਸ ਸਮੂਥ ਸ਼ਾਈਨੀ ਕਲੋਨੀਜ਼ ਐਂਡ ਵਾਈਲ ਅਦਰ ਪ੍ਰੋਡਿਊਸ ਰਫ ਕਲੋਨੀਜ਼ ਉਹਨੇ ਕੀ ਕੀਤਾ ਐਫ ਗ੍ਰਿਫਥ ਨੇ ਦੇਖਿਆ ਕਿ ਜਦੋਂ ਉਹਨੇ ਕਲਚਰ ਪਲੇਟ ਲੈਬ ਦੇ ਵਿੱਚ ਕਲਚਰ ਪਲੇਟ ਇਹਦੇ ਤੇ ਕਲਚਰ ਮੀਡੀਅਮ ਹੈਗਾ ਆ ਉਹਨੇ ਜਦੋਂ ਇਹਦੇ ਤੇ ਆਪਣੇ ਐਕਸਪੈਰੀਮੈਂਟ ਦੇ ਦੌਰਾਨ ਦੇਖਿਆ ਕਿ ਜਦੋਂ ਉਹਨੇ ਸਟ੍ਰੈਪਟੋਕੋਕਸ ਨਿਮੋਨੀਆ ਬੈਕਟੀਰੀਆ ਦੇ ਤੇ ਗਰੋਨ ਕੀਤੇ ਤਾਂ ਕੁਝ ਨੇ ਇਸ ਤਰ੍ਹਾਂ ਸਮੂਥ ਕਲੋਨੀਜ਼ ਬਣਾਈਆਂ ਔਰ ਕਈ ਸੀਗੇ ਜਿਨ੍ਹਾਂ ਦੀਆਂ ਇਸ ਤਰ੍ਹਾਂ ਰਫ ਕਲੋਨੀਜ਼ ਬਣੀਆਂ ਸੀਗੀਆਂ ਬੈਕਟੀਰੀਆ ਦੀ ਡਿਊਰਿੰਗ ਦਾ ਕੋਰਸ ਆਫ ਐਕਸਪੈਰੀਮੈਂਟ ਉਹਨੇ ਦੇਖਿਆ ਕਿ ਸਟ੍ਰੈਪਟੋਕੋਕਸ ਨਿਮੋਨੀਆ ਬੈਕਟੀਰੀਆ when they are grown on a culture plate some produce smooth shiny colonies S and some produced rough colonies R. This is because the S strain bacteria have a mucus polysaccharide coat.
ਹੁਣ ਜਿਹੜੀਆਂ ਇਹ ਸਮੂਥ ਕਲੋਨੀਜ਼ ਬਣੀਆਂ ਬੈਕਟੀਰੀਆ ਦੀਆਂ, ਇਹਦਾ ਰੀਜ਼ਨ ਕੀ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਐਸ ਸਮੂਥ ਕਲੋਨੀਜ਼ ਬਣੀਆਂ ਬੈਕਟੀਰੀਆ ਦੀਆਂ, ਉਹਨਾਂ ਦੇ ਵਿੱਚ ਕੀ ਸੀਗਾ, ਮਿਊਕਸ ਕੋਟ ਸੀਗਾ, ਮਿਊਕਸ ਕੋਟ ਮੇਡ ਅਪ ਆਫ ਪੋਲੀਸੈਕਰਾਈਡ। ਤੇ ਜਿਹੜੇ ਆਰ ਸਟ੍ਰੇਨ ਬੈਕਟੀਰੀਆ ਸੀਗੇ ਉਹਨਾਂ ਦੇ ਵਿੱਚ ਮਿਊਕਸ ਕੋਟ ਨਹੀਂ ਸੀਗਾ, ਦੇ ਡਸ ਨਾਟ ਹੈਵ ਮਿਊਕਸ ਕੋਟ। ਓਕੇ ਸਟੂਡੈਂਟਸ, ਐਫ ਗ੍ਰਿਫਥ ਨੇ ਜਦੋਂ ਲੈਬੋਰਟਰੀ ਦੇ ਵਿੱਚ ਕਲਚਰ ਪਲੇਟ ਦੇ ਵਿੱਚ ਸਟ੍ਰੈਪਟੋਕਾਕਸ ਨਿਮੋਨੀਆ ਬੈਕਟੀਰੀਆ ਗਰੋ ਕੀਤੇ ਤਾਂ ਉਹਨੇ ਦੇਖਿਆ ਕਿ ਕੁਝ ਬੈਕਟੀਰੀਆ ਜਿਹੜੇ ਸੀ ਉਹਨਾਂ ਨੇ ਸਮੂਥ ਕਲੋਨੀਜ਼ ਬਣਾਈਆਂ। ਸਮੂਥ ਕਲੋਨੀਜ਼ ਕਿਉਂ ਬਣੀਆਂ, ਉਹਦਾ ਕੀ ਰੀਜ਼ਨ ਸੀਗਾ ਕਿ ਉਹਨਾਂ ਦੇ ਉੱਤੇ ਜਿਹੜੇ ਬੈਕਟੀਰੀਆ ਸੀ ਉਹਨਾਂ ਦੇ ਉੱਤੇ ਮਿਊਕਸ ਦੀ ਕੋਟਿੰਗ ਸੀਗੀ, ਕਵਰਿੰਗ ਸੀਗੀ। ਤੇ ਜਿਹੜੇ ਕੁਝ ਬੈਕਟੀਰੀਆ ਉਹਨਾਂ ਨੇ ਰਫ ਕਲੋਨੀਜ਼ ਬਣਾਈਆਂ ਐਂਡ ਰਫ ਸਟ੍ਰੇਨ ਬੈਕਟੀਰੀਆ ਜਿਹੜੇ ਸੀਗੇ ਉਹਨਾਂ ਦੇ ਉੱਤੇ ਮਿਊਕਸ ਦੀ ਕੋਟ ਨਹੀਂ ਸੀਗਾ। ਤੇ ਉਹਨੇ ਫਿਰ ਕੀ ਕੀਤਾ ਕਿ ਮਾਈਸ ਜਿਹੜੇ ਹੈਗੇ ਉਹਨਾਂ ਨੂੰ ਇਨਫੈਕਟ ਕੀਤਾ ਵਿਦ ਐਸ ਸਟ੍ਰੇਨ ਬੈਕਟੀਰੀਆ, ਦੇ ਡਾਈ ਫਰੋਮ ਨਿਮੋਨੀਆ ਇਨਫੈਕਸ਼ਨ। ਐਸ ਸਟ੍ਰੇਨ ਬੈਕਟੀਰੀਆ ਸਟੂਡੈਂਟ ਜਿਹੜੇ ਐਸ ਸਟ੍ਰੇਨ ਬੈਕਟੀਰੀਆ ਸੀਗੇ ਇਹ ਕੀ ਸੀਗੇ, ਵਿਰੂਲੈਂਟ ਸੀਗੇ, ਇਹ ਡਿਜ਼ੀਜ਼ ਕਾਜ਼ ਕਰਦੇ ਸੀ। और आर स्ट्रेन बैक्टीरिया की है, they are non virulent, they does not cause pneumonia disease। ਤੇ ਫਿਰ ਉਹਨੇ ਕੀ ਕੀਤਾ, ਐਫ ਗ੍ਰਿਫਥ ਨੇ ਕੁਝ ਮਾਈਸ ਜਿਹੜੇ ਸੀ ਉਹਨਾਂ ਨੂੰ ਸਮੂਥ ਸਟ੍ਰੇਨ ਬੈਕਟੀਰੀਆ ਜਿਹੜੇ ਹੈਗੇ ਉਹਨਾਂ ਦੇ ਨਾਲ ਇਨਫੈਕਟ ਕੀਤਾ ਤਾਂ ਉਹਨੇ ਦੇਖਿਆ ਕਿ ਜਦੋਂ ਮਾਈਸ ਇਨਫੈਕਟਡ ਵਿਦ ਸਮੂਥ ਸਟ੍ਰੇਨ ਬੈਕਟੀਰੀਆ ਦੇ ਡਾਈ ਫਰੋਮ ਨਿਮੋਨੀਆ ਇਨਫੈਕਸ਼ਨ। ਤੇ ਫਿਰ ਉਹਨੇ ਕੁਝ ਮਾਈਸ ਜਿਹੜੇ ਸੀ ਉਹਨਾਂ ਨੂੰ ਆਰ ਸਟ੍ਰੇਨ ਬੈਕਟੀਰੀਆ ਦੇ ਨਾਲ ਇਨਫੈਕਟ ਕੀਤਾ ਤੇ ਉਹਨੇ ਦੇਖਿਆ ਕਿ ਦੇ ਡੂ ਨਾਟ ਡਾਈ ਬਿਕੋਜ਼ ਦੇ do not develop pneumonia disease। Okay students, S strain virulent हैगे हैं, inject into the mice, माइस ਦੇ ਵਿੱਚ ਇੰਜੈਕਟ ਕੀਤੇ ਐਸ ਸਟ੍ਰੇਨ ਬੈਕਟੀਰੀਆ ਤੇ ਕੀ ਹੋ ਗਿਆ ਕਿ ਮਾਈਸ ਡਾਈ, ਉਹ ਮਰ ਗਏ ਕਿਉਂਕਿ ਉਹਨਾਂ ਦੇ ਵਿੱਚ ਨਿਮੋਨੀਆ ਡਿਜ਼ੀਜ਼ ਜਿਹੜੀ ਹੈਗੀ ਆ ਉਹ ਆ ਗਈ। और ਜਦੋਂ आर स्ट्रेन बैक्टीरिया ਜਿਹੜੇ नॉन विरुलेंट ਹੈਗੇ ਆ ਜਦੋਂ ਉਹਨਾਂ ਨੂੰ ਇੰਜੈਕਟ ਇਨਟੂ ਦਾ ਮਾਈਸ ਦੇ ਵਿੱਚ ਇੰਜੈਕਟ ਕੀਤਾ ਤੇ ਕੀ ਹੋਇਆ ਕਿ ਮਾਈਸ ਲਿਵ, ਉਹ ਮਰੇ ਨਹੀਂ, ਉਹ ਜਿਉਂਦੇ ਰਹੇ ਕਿਉਂਕਿ ਉਹਨਾਂ ਦੇ ਵਿੱਚ ਨਿਮੋਨੀਆ ਡਿਜ਼ੀਜ਼ ਜਿਹੜੀ ਆ ਉਹ ਡਿਵੈਲਪ ਨਹੀਂ ਹੋਈ। ਹੁਣ ਉਸ ਤੋਂ ਬਾਅਦ ਕੀ ਕੀਤਾ ਫਿਰ ਗ੍ਰਿਫਥ ਨੇ, ਹੀ ਵਾਸ ਏਬਲ ਟੂ ਕਿਲ ਬੈਕਟੀਰੀਆ ਬਾਈ ਹੀਟਿੰਗ them। ਉਹਨੇ ਫਿਰ ਕੀ ਕੀਤਾ ਕਿ ਐਸ ਸਟ੍ਰੇਨ ਜਿਹੜੇ ਬੈਕਟੀਰੀਆ ਸੀਗੇ, ਐਸ ਸਟ੍ਰੇਨ ਬੈਕਟੀਰੀਆ ਨੂੰ ਹੀਟ ਕਰਕੇ ਕਿਲ ਕਰ ਦਿੱਤਾ, ਹੀਟ ਕਿਲਡ ਐਸ ਸਟ੍ਰੇਨ ਬੈਕਟੀਰੀਆ। ਫਿਰ ਉਹਨੇ ਐਸ ਸਟ੍ਰੇਨ ਬੈਕਟੀਰੀਆ ਨੂੰ ਹੀਟ ਕਰਕੇ ਕਿਲ ਕਰਕੇ ਫਿਰ ਉਹਨਾਂ ਨੂੰ ਇੰਜੈਕਟ ਇਨਟੂ ਮਾਈਸ ਦੇ ਵਿੱਚ ਇੰਜੈਕਟ ਕੀਤਾ ਤਾਂ ਉਹਨੇ ਦੇਖਿਆ ਕਿ ਫਿਰ ਜਿਹੜੇ ਮਾਈਸ ਹੈਗੇ ਆ ਦੇ ਲਿਵ, ਉਹ ਜਿਉਂਦੇ ਰਹੇ, ਮਾਈਸ ਲਿਵ, ਉਹ ਡਾਈ ਨਹੀਂ ਕੀਤੇ, ਮਰੇ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਨਿਮੋਨੀਆ ਡਿਜ਼ੀਜ਼ ਜਿਹੜੀ ਉਹ ਡਿਵੈਲਪ ਨਹੀਂ ਹੋਈ। He observed that heat killed S strain bacteria inject into the mice did not kill the mice। Okay students, ਫਿਰ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪਣੇ ਐਕਸਪੈਰੀਮੈਂਟ ਦੇ ਵਿੱਚ, ਉਹਨੇ S strain heat killed bacteria ले, heat killed bacteria and a mixture, उन्हें mixture लिया दो चीज़ों का, S strain heat killed bacteria और R strain bacteria जड़े हैं live R strain bacteria का mixture लिया and he then injected this mixture into the mice। फिर उन्हें ये mixture जड़ा हैगा या वो mice दे विच inject किया ਤਾਂ ਫਿਰ ਕੀ ਹੋਇਆ ਉਸ ਤੋਂ ਬਾਅਦ ਉਹਨੇ ਕੀ ਆਬਜ਼ਰਵ ਕੀਤਾ ਕਿ ਮਾਈਸ ਜਿਹੜੇ ਹੈਗੇ ਆ ਦੇ ਡਾਈ, ਉਹ ਮਰ ਗਏ। ਓਕੇ ਸਟੂਡੈਂਟਸ, ਐਸ ਸਟ੍ਰੇਨ ਬੈਕਟੀਰੀਆ ਜਿਹੜੇ ਹੈਗੇ ਆ ਜਿਨ੍ਹਾਂ ਦੀ ਮਿਊਕਸ ਕੋਟ ਹੁੰਦੀ ਆ ਦੇ ਆਰ ਵਿਰੂਲੈਂਟ, ਦੇ ਇੰਜੈਕਟ ਐਫ ਗ੍ਰਿਫਥ ਇੰਜੈਕਟ them into the mice die because of pneumonia disease R strain bacteria। फिर उन्हें इंजैक्ट किए माइस आर स्ट्रेन बैक्टीरिया नॉन विरुलेंट, इन्हां विच म्यूकस कोट नहीं हुंदा। जदों उन्हें उन्हां नूं माइस विच इंजैक्ट किया ते माइस
ਲਿਵ, ਉਹਨਾਂ ਦੇ ਵਿੱਚ ਨਿਮੋਨੀਆ ਡਿਜ਼ੀਜ਼ ਜਿਹੜੀ ਹੈਗੀ ਉਹ ਨਹੀਂ ਹੋਈ। ਫਿਰ ਉਹਨੇ ਐਸ ਸਟ੍ਰੇਨ ਬੈਕਟੀਰੀਆ ਜਿਹੜੇ ਹੈਗੇ ਉਹ ਲੈ ਕੇ ਉਹਨਾਂ ਨੂੰ ਹੀਟ ਕਿਲਡ ਕਰਕੇ ਉਹਨਾਂ ਨੂੰ ਮਾਈਸ ਵਿੱਚ ਇੰਜੈਕਟ ਕੀਤਾ ਤੇ ਮਾਈਸ ਜਿਹੜੇ ਆ ਦੇ ਡੂ ਨਾਟ ਡਿਵੈਲਪ ਨਿਮੋਨੀਆ ਡਿਜ਼ੀਜ਼ ਐਂਡ ਦੇ ਲਿਵ। ਫਿਰ ਐਫ ਗ੍ਰਿਫਟ ਨੇ ਕੀ ਕੀਤਾ ਕਿ ਮਿਕਸਚਰ ਲਿਆ ਹੀਟ ਕਿਲਡ ਐਸ ਸਟ੍ਰੇਨ ਬੈਕਟੀਰੀਆ ਔਰ ਲਾਈਵ ਆਰ ਸਟ੍ਰੇਨ ਬੈਕਟੀਰੀਆ ਦਾ ਮਿਕਸਚਰ ਲੈ ਕੇ ਉਹਨਾਂ ਨੂੰ ਮਾਈਸ ਵਿੱਚ ਇੰਜੈਕਟ ਕੀਤਾ ਤੇ ਉਹਨੇ ਦੇਖਿਆ ਕਿ ਜਿਹੜੇ ਮਾਈਸ ਸੀਗੇ ਉਹ ਡਾਈ ਕਰ ਗਏ, ਉਹ ਮਰ ਗਏ, ਉਹਨਾਂ ਦੇ ਵਿੱਚ ਨਿਮੋਨੀਆ ਡਿਜ਼ੀਜ਼ ਜਿਹੜੀ ਉਹ ਡਿਵੈਲਪ ਹੋ ਗਈ। ਉਹਨੇ ਫਿਰ ਕੀ ਰਿਕਵਰ ਕੀਤਾ ਕਿ ਉਹਨੇ ਲਿਵਿੰਗ ਐਸ ਬੈਕਟੀਰੀਆ ਫਰੋਮ ਦਾ ਡੈਡ ਮਾਈਸ ਦੇ ਵਿੱਚੋਂ ਲਿਵਿੰਗ ਐਸ ਬੈਕਟੀਰੀਆ ਜਿਹੜੇ ਉਹ ਡਿਸਕਵਰ ਕੀਤੇ, ਰਿਕਵਰ ਕੀਤੇ ਔਰ ਉਹਨੇ ਕੀ ਕਨਕਲੂਡ ਕੀਤਾ ਕਿ ਜਿਹੜੇ ਆਰ ਸਟ੍ਰੇਨ ਬੈਕਟੀਰੀਆ ਹੈਗੇ ਆ, ਜਿਹੜੇ ਲਾਈਵ ਆਰ ਸਟ੍ਰੇਨ ਬੈਕਟੀਰੀਆ ਹੈਗੇ ਆ, ਦੇ ਸਮਹਾਉ ਟ੍ਰਾਂਸਫਾਰਮ ਬਾय ਦਾ ਹੀਟ ਕਿਲਡ ਐਸ ਸਟ੍ਰੇਨ ਬੈਕਟੀਰੀਆ, ਕਿ ਐਸ ਜਿਹੜੇ ਐਸ ਸਟ੍ਰੇਨ ਬੈਕਟੀਰੀਆ ਹੈਗੇ ਆ ਹੀਟ ਕਿਲਡ, ਉਹਨਾਂ ਦੇ ਵਿੱਚ ਕੋਈ ਅਜਿਹੀ ਚੀਜ਼ ਸੀਗੀ ਜਿਹੜੀ ਆਰ ਸਟ੍ਰੇਨ ਬੈਕਟੀਰੀਆ ਦੇ ਵਿੱਚ ਚਲੇ ਗਈ ਔਰ ਆਰ ਸਟ੍ਰੇਨ ਬੈਕਟੀਰੀਆ ਨੂੰ ਟ੍ਰਾਂਸਫਾਰਮ ਕਰ ਦਿੱਤਾ, ਜਿਹਦੇ ਨਾਲ ਫਿਰ ਕੀ ਹੋਇਆ ਕਿ ਨਿਮੋਨੀਆ ਡਿਜ਼ੀਜ਼ ਜਿਹੜੀ ਹੈਗੀ ਹੈ ਉਹ ਡਿਵੈਲਪ ਹੋ ਗਈ ਮਾਈਸ ਦੇ ਵਿੱਚ ਐਂਡ ਮਾਈਸ ਜਿਹੜੇ ਆ ਦੇ ਡਾਈ। ਇਹ ਜਿਹੜਾ ਟ੍ਰਾਂਸਫਾਰਮਿੰਗ ਪ੍ਰਿੰਸੀਪਲ ਸੀਗਾ, ਟ੍ਰਾਂਸਫਾਰਮ ਫਰੋਮ ਦਾ ਹੀਟ ਕਿਲਡ ਐਸ ਸਟ੍ਰੇਨ ਬੈਕਟੀਰੀਆ, it enabled the R strain bacteria to synthesize a smooth polysaccharide coat and become virulent. Okay students, ਜਿਹੜਾ ਇਹ ਟ੍ਰਾਂਸਫਾਰਮਿੰਗ ਪ੍ਰਿੰਸੀਪਲ ਸੀਗਾ ਹੀਟ ਕਿਲਡ ਐਸ ਸਟ੍ਰੇਨ ਬੈਕਟੀਰੀਆ ਦੇ ਵਿੱਚੋਂ ਦੀ ਟ੍ਰਾਂਸਫਰ ਹੋਇਆ ਆਰ ਸਟ੍ਰੇਨ ਬੈਕਟੀਰੀਆ ਦੇ ਵਿੱਚ, ਉਹਨੇ ਕੀ ਕੀਤਾ ਆਰ ਸਟ੍ਰੇਨ ਬੈਕਟੀਰੀਆ ਜਿਹੜਾ ਹੈਗਾ ਆ ਉਹਨੂੰ ਇਸ ਅਨੇਬਲ ਕੀਤਾ, ਇਸ ਕਾਬਿਲ ਬਣਾਇਆ ਕਿ ਉਹ ਇੱਕ ਸਮੂਥ ਪੋਲੀਸੈਕਰਾਈਡ ਜਿਹੜਾ ਕੋਟ ਹੈਗਾ ਆ ਉਹ synthesize ਕਰ ਲਵੇ and become virulent. This must be due to the transfer of the genetic material. So Griffith experiment showed us that bacteria can distinctly change their function and form through transformation. So transformation ਕੀ ਹੈ, ਉਹ process ਹੈਗੀ ਆ which describes one thing changing into another. Transformation process ਦੇ ਨਾਲ ਜਿਹੜਾ ਗ੍ਰਿਫਥ ਹੈਗਾ ਉਹਨੇ ਆਪਣੇ ਐਕਸਪੈਰੀਮੈਂਟਸ ਵਿੱਚ ਇਹ ਸ਼ੋ ਕੀਤਾ ਕਿ ਬੈਕਟੀਰੀਆ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਫੰਕਸ਼ਨ ਐਂਡ ਫਾਰਮ ਚੇਂਜ ਕਰ ਲਿਆ ਥਰੂ ਟ੍ਰਾਂਸਫਾਰਮੇਸ਼ਨ। ਤੇ ਟ੍ਰਾਂਸਫਾਰਮੇਸ਼ਨ ਕੀ ਹੈਗੀ ਆ, ਉਹ ਪ੍ਰੋਸੈਸ ਹੈਗੀ ਆ ਜਿਹਦੇ ਨਾਲ ਇੱਕ ਚੀਜ਼ ਜਿਹੜੀ ਆ ਇਟ ਚੇਂਜਸ ਇਨਟੂ ਦਾ ਅਨਦਰ। ਸੋ ਗ੍ਰਿਫਥ ਕਨਕਲੂਡਡ that something in the heat killed S bacteria transformed the hereditary properties of the R bacteria. ओके स्टूडेंट्स, कि कोई ਤਾਂ ਸੀਗੀ ਕਿ ਹੀਟ ਕਿਲਡ ਐਸ ਬੈਕਟੀਰੀਆ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕੋਈ ਤਾਂ ਚੀਜ਼ ਸੀਗੀ ਜਿਹੜੇ ਟ੍ਰਾਂਸਫਾਰਮ ਕਰ ਦਿੱਤਾ ਆਰ ਸਟ੍ਰੇਨ ਬੈਕਟੀਰੀਆ ਦੀ ਹੈਰੀਡਿਟਰੀ ਪ੍ਰੋਪਰਟੀਜ਼ ਨੂੰ। ਸੋ ਹੀ ਕਨਕਲੂਡਡ that the R strain bacteria must have taken up what he called a transforming principle. ਫਿਰ ਉਹਨੇ ਕਿ ਜਿਹੜੀ ਹੀਟ ਕਿਲਡ ਐਸ ਬੈਕਟੀਰੀਆ ਦੇ ਵਿੱਚ ਕੋਈ ਚੀਜ਼ ਸੀਗੀ ਜਿਹਨੇ ਆਰ ਸਟ੍ਰੇਨ ਬੈਕਟੀਰੀਆ ਨੂੰ ਟ੍ਰਾਂਸਫਾਰਮ ਕਰ ਦਿੱਤਾ ਤੇ ਆਰ ਸਟ੍ਰੇਨ ਬੈਕਟੀਰੀਆ ਨੇ ਪੋਲੀਸੈਕਰਾਈਡ ਕੋਟ ਬਣਾ ਕੇ ਵਿਰੂਲੈਂਟ ਹੋ ਗਿਆ ਤੇ ਉਹਨੇ ਕੀ ਕੀਤਾ, ਉਹਨਾਂ ਨੇ ਜਦੋਂ ਮਾਈਸ ਵਿੱਚ ਇੰਜੈਕਟ ਕੀਤਾ ਤੇ ਮਾਈਸ ਜਿਹੜੇ ਉਹਨਾਂ ਦੇ ਵਿੱਚ ਨਿਮੋਨੀਆ ਡਿਜ਼ੀਜ਼ ਕਾਜ਼ ਕਰ ਦਿੱਤੀ। ਉਹ ਜਿਹੜਾ ਟ੍ਰਾਂਸਫਾਰਮਿੰਗ ਪ੍ਰਿੰਸੀਪਲ ਸੀਗਾ ਫਰੋਮ ਦਾ ਹੀਟ ਕਿਲਡ ਐਸ ਬੈਕਟੀਰੀਆ ਵਿਚ ਅਲਾਉਡ ਟੂ ਟ੍ਰਾਂਸਫਾਰਮ ਦਾ ਆਰ ਸਟ੍ਰੇਨ ਬੈਕਟੀਰੀਆ, ਉਹਦੇ ਵਿੱਚ ਆਰ ਸਟ੍ਰੇਨ ਬੈਕਟੀਰੀਆ ਨੂੰ ਸਮੂਥ ਕੋਟਡ ਬੈਕਟੀਰੀਆ ਦੇ ਵਿੱਚ ਟ੍ਰਾਂਸਫਾਰਮ ਕਰ ਦਿੱਤਾ ਤੇ ਉਹਨੂੰ ਵਿਰੂਲੈਂਟ ਕਰ ਦਿੱਤਾ। ਵਿਰੂਲੈਂਟ ਮੀਨਸ ਉਹਨੇ ਡਿਜ਼ੀਜ਼ ਕਾਜ਼ ਕਰ ਦਿੱਤੀ। ਸੋ ਸਟੂਡੈਂਟਸ, ਹਾਊਐਵਰ ਦਾ ਬਾਇਓਕੈਮੀਕਲ ਨੇਚਰ, ਪਰ ਜਿਹੜਾ ਐਫ ਗ੍ਰਿਫਥ ਨੇ ਇਹ ਤਾਂ ਦੱਸ ਦਿੱਤਾ ਕਿ ਕੋਈ ਤਾਂ ਟ੍ਰਾਂਸਫਾਰਮਿੰਗ ਪ੍ਰਿੰਸੀਪਲ ਸੀਗਾ ਜਿਹਨੇ ਸਮੂਥ ਦੇ ਹੀਟ ਕਿਲਡ ਸਮੂਥ ਸਟ੍ਰੇਨ ਦੇ ਵਿੱਚੋਂ ਦੀ ਜਿਹੜੀ ਚੀਜ਼ ਹੈਗੀ ਆ ਉਹ ਆਰ ਸਟ੍ਰੇਨ ਦੇ ਵਿੱਚ ਗਈ ਹੈ, ਜਿਹਨੇ ਆਰ ਸਟ੍ਰੇਨ ਬੈਕਟੀਰੀਆ ਨੂੰ ਟ੍ਰਾਂਸਫਾਰਮ ਕਰ ਦਿੱਤਾ ਤੇ ਆਰ ਸਟ੍ਰੇਨ ਬੈਕਟੀਰੀਆ ਵਿਰੂਲੈਂਟ ਹੋ ਗਿਆ, ਉਹਨੇ ਫਿਰ ਨਿਮੋਨੀਆ ਡਿਜ਼ੀਜ਼ ਕਾਜ਼ ਕਰ ਦਿੱਤੀ। ਪਰ ਜਿਹੜਾ ਗ੍ਰਿਫਥ ਸੀਗਾ ਉਹ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਉਸ ਜੈਨੇਟਿਕ ਮਟੀਰੀਅਲ ਦੀ ਬਾਇਓਕੈਮੀਕਲ ਨੇਚਰ ਜਿਹੜੀ ਆ ਉਹ ਨਹੀਂ ਦੱਸ ਸਕਿਆ। ਸੋ ਸਟੂਡੈਂਟਸ, ਬਾਇਓਕੈਮੀਕਲ ਕਰੈਕਟਰਾਈਜੇਸ਼ਨ ऑफ ट्रांसफॉर्मिंग प्रिंसिपल ਅਸੀਂ डिस्कस कर ਲੈਂਦੇ ਆ ਕਿ ਜਿਹੜਾ ट्रांसफॉर्मिंग प्रिंसिपल ਸੀਗਾ ਜਿਹਨੇ ਆਰ ਸਟ੍ਰੇਨ ਬੈਕਟੀਰੀਆ ਨੂੰ ਟ੍ਰਾਂਸਫਾਰਮ ਕਰ ਦਿੱਤਾ ਇਨਟੂ ਵਿਰੂਲੈਂਟ ਫਾਰਮ, ਉਹ ਬਾਇਓਕੈਮੀਕਲ। ਨੈਕਸਟ ਟੌਪਿਕ ਇਜ਼ ਬਾਇਓਕੈਮੀਕਲ characterization of transforming principle.
स्टूडेंट्स ਅਸੀਂ अपना ये वाला टॉपिक ਹੁਣ ਕਰਾਂਗੇ डिस्कस कि ਜਿਹੜਾ ट्रांसफॉर्मिंग प्रिंसिपल जिन्हें ਆਰਸੇਨ ਬੈਕਟੀਰੀਆ ਨੂੰ ਵਿਰੂਲੈਂਟ ਫਾਰਮ ਦੇ ਵਿੱਚ ਟ੍ਰਾਂਸਫਾਰਮ ਕਰ ਦਿੱਤਾ ਉਹਦੀ ਬਾਇਓਕੈਮੀਕਲ ਨੇਚਰ ਕੀ ਹੈਗੀ ਹੈ स्टूडेंट्स prior to the work of कुछ साइंटिस्ट ਦੇ ਮੈਂ ਨਾਮ ਇੱਥੇ ਲਿਖ ਰਹੀ ਹਾਂ ओसवाल्ड एवरी कॉलिन मैक्लियोड एंड मैकलिन मैककार्टी ये तीन साइंटिस्ट है 1933 टू 44 तक इन्हां दा जिहड़ा वर्क सीगा prior to the work of Oswald Avery, Colin MacLeod and Macklin McCarthy the genetic material was thought to be protein इन्हां तीनों साइंटिस्ट दे काम तो पहला ये सोचा जाता सीगा कि जिहड़ा जेनेटिक मटीरियल हैगा वो प्रोटीन है पर इन्हां तीनों साइंटिस्ट जिहड़े हैगे आ उन्हां दे काम तो बाद फिर पता लग्या कि असल दे विच जेनेटिक मटीरियल जिहड़ा ओहदा बायोकैमिकल नेचर की आ ये जिहड़े तीनों साइंटिस्ट हैगे आ they work to determine the biochemical nature of the transforming principle in the Griffith experiment Griffith ने दस्या कि transforming principle हैगा आ जिन्हें आर स्ट्रेन बैक्टीरिया जिहड़े नॉन विरुलेंट हैगे आ उन्हां नूं विरुलेंट फॉर्म दे विच ट्रांसफॉर्म कर दिता कि कोई चीज़ तो है जिहड़ी एस स्ट्रेन हीट किल्ड एस स्ट्रेन बैक्टीरिया दे विचों आर स्ट्रेन बैक्टीरिया दे विच आई जिन्हें आर स्ट्रेन बैक्टीरिया नूं ट्रांसफॉर्म कर दिता वो ट्रांसफॉर्मिंग प्रिंसीपल दी पर जिहड़ा ग्रिफ्थ सीगा वो बायोकैमिकल नेचर नहीं दस सकिया ते जिहड़े तीनों साइंटिस्ट सीगे इन्हां दे काम तो पहला ये मन्निया जांदा सीगा कि जिहड़ा ट्रांसफॉर्मिंग जेनेटिक मटीरियल आ दैट वाज प्रोटीन पर ये तीनों साइंटिस्ट जिहड़े इन्हां ने काम किया ग्रिफ्थ दे एक्सपेरिमेंट्स ते टू डिटरमाइन द बायोकैमिकल नेचर ऑफ द जेनेटिक मटीरियल फिर इन्हां ने तीनों साइंटिस्ट ने की किया उन्होंने they purified biochemicals proteins DNA RNAs from the heat killed S cells उन्हें की किया इन्हां तीनों साइंटिस्ट ने heat killed जड़े S cells सीगे heat killed S cells दे विचों दी उन्हें की किया कि बायोकैमिकल्स ही प्यूरिफाइड बायोकैमिकल्स केड़े-केड़े हीट किल्ड एस सेल्स दे विचों दी प्यूरिफाई कीते प्रोटीन्स डीएनए एंड आरएनए एक्स्ट्रा ये बायोकैमिकल्स इन्हां तीनों साइंटिस्ट ने हीट किल्ड एस सेल्स दे विचों दी प्रोटीन्स डीएनए एंड आरएनए बायोकैमिकल्स प्यूरिफाई कीते और टू सी विच वन कि इन्हां तीनां दे विचों केड़ी चीज हैगी है जे बायोकैमिकल हैगा या जिन्हां ने आर लाइव आर सेल्स नूं एस सेल्स दे विच ट्रांसफॉर्म कर दिता they discovered that DNA alone from the S bacteria cause or R bacteria to become transformed ਜਦੋਂ ਉਹਨਾਂ ਨੇ ਇਹਨਾਂ ਤਿੰਨਾਂ ਤੇ ਕੰਮ ਕੀਤਾ ਕਿ ਇਹਨਾਂ ਤਿੰਨੋਂ ਬਾਇਓਕੈਮੀਕਲਸ ਵਿੱਚੋਂ ਕਿਹੜੀ ਚੀਜ਼ ਹੈਗੀ ਆ ਜਿਹਨੇ ਟ੍ਰਾਂਸਫਾਰਮ ਕਰ ਦਿੱਤਾ ਆਰ ਬੈਕਟੀਰੀਆ ਨੂੰ ਵਿਰੂਲੈਂਟ ਫਾਰਮ ਦੇ ਵਿੱਚ ਤਾਂ ਉਹਨਾਂ ਨੇ ਦੇ ਆਲਸੋ ਡਿਸਕਵਰਡ ਦੈਟ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਪ੍ਰੋਟੀਨ ਡਾਈਜੈਸਟਿੰਗ ਐਂਜ਼ਾਈਮਸ ਹੈਗੀ ਆ ਪ੍ਰੋਟੀਏਜ਼ਸ ਜਦ ਔਰ ਆਰਐਨਏ ਡਾਈਜੈਸਟਿੰਗ ਐਂਜ਼ਾਈਮਸ ਹੈਗੇ ਆ ਆਰਐਨਏਸ protein digesting enzymes proteases and RNA digesting enzymes RNAs ਜਦੋਂ ਉਹਨਾਂ ਦੇ ਨਾਲ ਸੈਲਸ ਦਾ ਉਹਨੂੰ ਕੀਤਾ ਤਾਂ ਉਹਨਾਂ ਨੇ ਕੀ ਕੀਤਾ ਕਿ ਪ੍ਰੋਟੀਨਸ ਔਰ RNA ਜਿਹੜੇ ਹੈਗੇ ਉਹਨਾਂ ਨੂੰ ਡਾਈਜੈਸਟ ਕਰ ਲਿਆ ਪਰ ਇਹਦੇ ਨਾਲ ਕੀ ਹੋਇਆ ਦੇ ਡਿਡ ਨਾਟ ਅਫੈਕਟ ਦਾ ਟ੍ਰਾਂਸਫਾਰਮੇਸ਼ਨ ਪ੍ਰੋਸੈਸ ਦੇ ਵਿੱਚ ਕੋਈ ਫਰਕ ਨਹੀਂ ਪਿਆ ਸੋ ਦਾ ਟ੍ਰਾਂਸਫਾਰਮਿੰਗ ਪ੍ਰਿੰਸੀਪਲ ਜਿਹੜਾ ਸੀਗਾ that was not a protein ਨਾ ਹੀ ਉਹ ਪ੍ਰੋਟੀਨ ਸੀ ਨਾ ਹੀ ਉਹ RNA ਸੀ ਇਟ ਮੀਨਸ ਉਹ ਕੀ ਹੈਗਾ ਆ ਉਹ ਟ੍ਰਾਂਸਫਾਰਮਿੰਗ ਪ੍ਰਿੰਸੀਪਲ ਕੀ ਹੈ ਉਹਨਾਂ ਨੇ ਜਦੋਂ ਡਿਸਕਵਰ ਕੀਤਾ ਕਿ that was DNA ਤੇ ਜਦੋਂ ਉਹਨਾਂ ਨੇ DNA ਡਾਈਜੈਸਟਿੰਗ ਐਂਜ਼ਾਈਮ ਜਿਹੜਾ ਹੈਗਾ ਆ ਉਹਦੇ ਨਾਲ ਡਾਈਜੈਸ਼ਨ ਕੀਤੀ ਤਾਂ ਉਹਦੇ ਨਾਲ ਕੀ ਹੋਇਆ ਟ੍ਰਾਂਸਫਾਰਮੇਸ਼ਨ ਜਿਹੜਾ ਸੀਗਾ ਉਹ ਇਨਹਿਬਿਟ ਹੋ ਗਿਆ ਉਹ ਰੁਕ ਗਿਆ ਇਟ ਮੀਨਸ ਫਿਰ ਉਹਨਾਂ ਨੇ ਆਪਣੇ ਇਹਦੇ ਤੋਂ ਸਾਰਾ ਕੰਕਲੂਡ ਕੀਤਾ ਕਿ ਜਿਹੜੇ ਲਾਈਵ ਆਰ ਸੈਲਸ ਆ ਜਦੋਂ DNA ਡਾਈਜੈਸਟਿੰਗ ਐਂਜ਼ਾਈਮਸ ਦੇ ਨਾਲ ਉਹਨਾਂ ਨੂੰ ਸੈਲਸ ਦੀ ਕਰਵਾਇਆ ਤਾਂ ਦੇਖਿਆ ਕਿ ਫਿਰ ਜਿਹੜੇ ਲਾਈਵ ਆਰ ਸੈਲਸ ਹੈਗੇ ਉਹ ਐਸ ਸੈਲਸ ਦੇ ਵਿੱਚ ਟ੍ਰਾਂਸਫਾਰਮ
नहीं होए, suggesting that DNA caused the transformation। ਉਹਦੇ ਤੋਂ ਇਹ suggest ਹੋ ਗਿਆ ਕਿ DNA ਜਿਹੜਾ ਹੈਗਾ ਆ ਉਹਨੇ transformation cause ਕੀਤੀ ਹੈ। So they concluded that DNA is the hereditary material। ਪਰ ਸਾਰੇ ਬਾਇਓਲੋਜਿਸਟ ਜਿਹੜੇ ਹੈਗੇ ਉਹ ਇਸ ਚੀਜ਼ ਤੋਂ ਕਨਵਿੰਸ ਨਹੀਂ ਹੋਏ। पर ये तीनों साइंटिस्ट ने तो अपने एक्सपेरिमेंट्स के नाल ये शो कर दिता कि ना प्रोटीन है तो ना ही RNA है ट्रांसफॉर्मिंग प्रिंसिपल केड़ा है या DNA इज द ट्रांसफॉर्मिंग प्रिंसिपल, DNA इज द हेरिडिटरी मटीरियल। बट सारे बायोलॉजिस्ट जिहड़े सी वो कन्विंस नहीं होए। सो स्टूडेंट इस तो बाद असी अपना नैक्सट टॉपिक लेंदे हां, द जेनेटिक मटीरियल इज DNA। Students, now we will discuss the topic that the genetic material is DNA। क्योंकि एफ ग्रिफ्थ ने सिर्फ ट्रांसफॉर्मेशन बारे ही दसिया, वो बायोकैमिकल नेचर उस ट्रांसफॉर्मिंग प्रिंसिपल दी नहीं दस सकिया। उस तो बाद फिर स्टूडेंट्स एल्फर्ड हर्शी एंड मार्था चेज, ये साइंटिस्ट है एल्फर्ड हर्शी, ये हर्शी एंड मार्था चेज, ये दो साइंटिस्ट थे स्टूडेंट्स जिन्हों ने 1952 दे विच एल्फर्ड हर्शी एंड मार्था चेज in 1952 they performed experiments to prove that DNA is the genetic material। ਤੇ ਇਹਨਾਂ ਦੋਨਾਂ ਸਾਇੰਟਿਸਟ ਹਰਸ਼ੀ ਐਂਡ ਚੇਜ਼ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਵਾਇਰਸਿਸ ਤੇ ਆਪਣਾ ਕੰਮ ਕੀਤਾ। ਉਹ ਕਿਹੜੇ ਵਾਇਰਸਿਸ, ਜਿਹੜੇ ਵਾਇਰਸਿਸ ਇਨਫੈਕਟ ਦਾ ਬੈਕਟੀਰੀਆ, that viruses are known as bacteriophage। ਇਹ ਬੈਕਟੀਰੀਓਫੇਜ ਹੈ ਸਟੂਡੈਂਟ, ਤੁਸੀਂ +1 ਦੇ ਵਿੱਚ ਬੈਕਟੀਰੀਓਫੇਜ ਜਿਹੜਾ ਹੈਗਾ ਆ ਉਹਦੇ ਬਾਰੇ ਤੁਸੀਂ ਪੜ੍ਹ ਚੁੱਕੇ ਹੋ। ਬੈਕਟੀਰੀਓਫੇਜ ਉਹ ਵਾਇਰਸਿਸ ਹੁੰਦੇ ਆ ਜਿਹੜੇ ਬੈਕਟੀਰੀਆ ਨੂੰ ਇਨਫੈਕਟ ਕਰਦੇ ਹੈਗੇ ਆ। ਤੇ ਹਰਸ਼ੀ ਐਂਡ ਚੇਜ਼ ਨੇ 1952 ਦੇ ਵਿੱਚ ਬੈਕਟੀਰੀਓਫੇਜਿਸ ਤੇ ਆਪਣੇ ਐਕਸਪੈਰੀਮੈਂਟਸ ਕੀਤੇ ਟੂ ਪ੍ਰੂਵ ਦੈਟ ਦਾ genetic material is DNA। bacteriophage ਜਿਹੜੇ they attached to the bacteria and then its genetic material enters into the bacterial cell। bacteriophage ਜਿਹੜੇ ਉਹ bacterial cell ਦੇ ਨਾਲ ਜਾ ਕੇ attach ਹੋ ਜਾਂਦੇ ਹੈ ਤੇ bacteriophage ਦਾ genetic material ਜਿਹੜਾ ਹੈਗਾ ਆ ਉਹ bacterial cells ਦੇ ਵਿੱਚ ਜਿਹੜਾ ਹੈਗਾ enter ਕਰ ਜਾਂਦਾ ਹੈ। ਤੇ bacterial cell ਜਿਹੜਾ ਆ it treats the viral genetic material as if it was its own and subsequently manufactures more virus particles। ਤੇ bacterial cell ਦੇ ਵਿੱਚ ਜਦੋਂ bacteriophage ਦਾ genetic material enter ਕਰ ਗਿਆ ਤਾਂ bacterial cells ਉਸ genetic material ਨੂੰ ਆਪਣੇ genetic material ਦੀ ਤਰ੍ਹਾਂ ਹੀ ਉਹਨੂੰ treat ਕਰਦੇ ਹੈਗੇ ਆ ਤੇ ਫਿਰ ਉਹ ਉਹਦੇ ਤੋਂ ਅੱਗੇ ਹੋਰ virus particles ਬਣਦੇ ਆ। Hershey and Chase worked to discover whether it was protein or DNA from the viruses that enters the bacteria। हर्शी और चेज ने अपने एक्सपेरिमेंट्स ਦੇ ਵਿੱਚ ਫਿਰ ਇਸ ਚੀਜ਼ ਤੇ ਕੰਮ ਕੀਤਾ ਕਿ ਜਿਹੜੇ ਬੈਕਟੀਰੀਓਫੇਜ ਹੈਗੇ ਉਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈਗੀ, ਪ੍ਰੋਟੀਨ ਹੈਗਾ ਜਾਂ DNA ਹੈਗਾ ਜਿਹੜਾ ਬੈਕਟੀਰੀਆ ਦੇ ਵਿੱਚ ਐਂਟਰ ਕਰਦਾ ਆ। ਜੇ ਸਟੂਡੈਂਟਸ ਤੁਹਾਨੂੰ ਥੋੜਾ ਜਿਹਾ ਯਾਦ ਹੋਏਗਾ ਤੇ ਅਸੀਂ ਬੈਕਟੀਰੀਓਫੇਜ ਦਾ +1 ਦੇ ਵਿੱਚ ਅਸੀਂ ਸਟਰਕਚਰ ਕੀਤਾ ਹੋਇਆ ਆ। ਜਿਹੜਾ ਬੈਕਟੀਰੀਓਫੇਜ ਦੀ ਇਹ ਬਾਹਰਲੀ ਕਵਰਿੰਗ ਹੁੰਦੀ ਆ, ਕੋਟ ਹੁੰਦਾ ਆ, ਇਹ ਸਾਰਾ ਕਿਸ ਚੀਜ਼ ਦਾ ਬਣਿਆ ਹੁੰਦਾ, ਇਟ ਇਜ਼ ਮੇਡ ਅਪ ਆਫ ਪ੍ਰੋਟੀਨ। ਬਾਹਰਲਾ ਕੋਟ ਪ੍ਰੋਟੀਨ ਦਾ ਬਣਿਆ ਹੁੰਦਾ ਆ ਔਰ ਬੈਕਟੀਰੀਓਫੇਜ ਦੇ ਅੰਦਰ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਦੈਟ ਇਜ਼ DNA। ਹੁਣ ਸਟੂਡੈਂਟਸ ਫਿਰ ਹਰਸ਼ੀ ਐਂਡ ਚੇਜ਼ ਨੇ ਆਪਣੇ ਐਕਸਪੈਰੀਮੈਂਟ ਦੇ ਵਿੱਚ ਕੀ ਕੀਤਾ, ਇਹ ਤੁਸੀਂ ਥੋੜਾ ਜਿਹਾ ਸਟੂਡੈਂਟਸ ਇੱਥੋਂ ਡਾਇਗਰਾਮ ਮੈਂ ਡਰਾ ਕੀਤਾ ਹੈ ਜਦੋਂ ਤੁਹਾਨੂੰ ਕਲੀਅਰ ਹੋ ਜਾਏਗਾ कि हर्शी एंड चेज ने की किया, दे ग्रू सम वायरसेस ऑन अ मीडियम दैट कंटेन्ड रेडियोएक्टिव सल्फर। हर्शी एंड चेज ने कुछ बैक्टीरियोफेजेस ਨੂੰ ਅਜਿਹੇ ਮੀਡੀਅਮ ਚ ਗਰੋ ਕੀਤਾ ਜਿਹਦੇ ਵਿੱਚ ਰੇਡੀਓਐਕਟਿਵ ਫਾਸਫੋਰਸ ਸੀਗਾ ਔਰ viruses grown in the presence of the radioactive phosphorus they contained radioactive DNA। ਕਿਉਂਕਿ DNA ਜਿਹੜਾ ਆ ਉਹਦੇ ਵਿੱਚ ਫਾਸਫੋਰਸ ਹੁੰਦੀ ਹੈ।
ਹਰਸ਼ੀ ਐਂਡ ਚੇਜ਼ ਨੇ ਕੁਝ ਬੈਕਟੀਰੀਓਫੇਜਸ ਨੂੰ ਅਜਿਹੇ ਮੀਡੀਅਮ ਵਿੱਚ ਗਰੋ ਕੀਤਾ ਜਿਸ ਮੀਡੀਅਮ ਵਿੱਚ ਰੇਡੀਓਐਕਟਿਵ ਫਾਸਫੋਰਸ ਸੀ ਤੇ ਫਿਰ ਉਹਨਾਂ ਨੇ ਇਹ ਨੋਟਿਸ ਕੀਤਾ ਕਿ ਜਿਹੜੇ ਬੈਕਟੀਰੀਓਫੇਜ ਰੇਡੀਓਐਕਟਿਵ ਫਾਸਫੋਰਸ ਮੀਡੀਅਮ ਵਿੱਚ ਗਰੋ ਕੀਤੇ ਉਹਨਾਂ ਦੇ ਡੀਐਨਏ ਦੇ ਵਿੱਚ ਰੇਡੀਓਐਕਟਿਵ ਉਹਨਾਂ ਡੀਐਨਏ ਉਹਨਾਂ ਦੇ ਵਿੱਚ ਸੀਗਾ ਕਿਉਂਕਿ ਸਟੂਡੈਂਟਸ ਅਸੀਂ ਡਿਸਕਸ ਕਰ ਚੁੱਕੇ ਹੈਗੇ ਆ ਕਿ ਜਿਹੜਾ ਡੀਐਨਏ ਹੈਗਾ ਆ ਉਹਦੇ ਵਿੱਚ ਕੀ ਹੁੰਦਾ ਆ ਫਾਸਫੋਰਸ ਹੁੰਦੀ ਆ ਫਾਸਫੇਟ ਗਰੁੱਪ ਹੁੰਦਾ ਆ ਡੀਐਨਏ ਦੇ ਵਿੱਚ ਪਰ ਬਟ ਨਾਟ ਰੇਡੀਓਐਕਟਿਵ ਪ੍ਰੋਟੀਨ ਕਿਉਂਕਿ ਪ੍ਰੋਟੀਨ ਜਿਹੜਾ ਹੈ ਉਹਦੇ ਵਿੱਚ ਫਾਸਫੋਰਸ ਨਹੀਂ ਹੁੰਦਾ ਇਹ ਬਾਹਰਲੀ ਕਵਰਿੰਗ ਪ੍ਰੋਟੀਨ ਦੀ ਬਣੀ ਹੋਈ ਹੈ ਸੋ ਪ੍ਰੋਟੀਨ ਜਿਹੜਾ ਹੈਗਾ ਆ ਜਦੋਂ ਰੇਡੀਓਐਕਟਿਵ ਫਾਸਫੋਰਸ ਮੀਡੀਅਮ ਦੇ ਵਿੱਚ ਬੈਕਟੀਰੀਓਫੇਜਸ ਨੂੰ ਗਰੋ ਕੀਤਾ ਤਾਂ ਡੀਐਨਏ ਜਿਹੜਾ ਆ ਉਹ ਰੇਡੀਓਐਕਟਿਵ ਡੀਐਨਏ ਸੀਗਾ ਬਟ ਨਾਟ ਦਾ ਪ੍ਰੋਟੀਨਸ ਕਿਉਂਕਿ ਪ੍ਰੋਟੀਨਸ ਜਿਹੜੀ ਆ ਉਹਨਾਂ ਦੇ ਵਿੱਚ ਫਾਸਫੋਰਸ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਹੀ ਹਰਸ਼ੀ ਐਂਡ ਚੇਜ਼ ਨੇ ਕੁਝ ਬੈਕਟੀਰੀਓਫੇਜਸ ਨੂੰ ਅਜਿਹੇ ਕਲਚਰ ਮੀਡੀਅਮ ਵਿੱਚ ਗਰੋ ਕੀਤਾ ਜਿਨ੍ਹਾਂ ਵਿੱਚ ਰੇਡੀਓਐਕਟਿਵ ਸਲਫਰ ਸੀਗਾ ਤੇ ਫਿਰ ਉਹਨਾਂ ਨੇ ਨੋਟਿਸ ਕੀਤਾ ਕਿ ਜਿਹੜੇ ਵਾਇਰਸਿਸ ਗਰੋ ਕੀਤੇ ਇਨ ਦਾ ਪ੍ਰੈਜ਼ੈਂਸ ਆਫ ਰੇਡੀਓਐਕਟਿਵ ਸਲਫਰ ਉਹਨਾਂ ਦੇ ਵਿੱਚ ਰੇਡੀਓਐਕਟਿਵ ਪ੍ਰੋਟੀਨ ਹੁੰਦਾ ਆ ਕਿਉਂਕਿ ਪ੍ਰੋਟੀਨ ਕੰਟੇਨਸ ਸਲਫਰ ਤਾਂ ਇਹ ਜਿਹੜਾ ਪ੍ਰੋਟੀਨ ਹੈਗਾ ਆ ਬਾਹਰਲੀ ਕਵਰਿੰਗ ਇਹ ਰੇਡੀਓਐਕਟਿਵ ਇਹਦੇ ਵਿੱਚ ਸਲਫਰ ਹੋਏਗਾ ਪਰ ਜਿਹੜਾ ਡੀਐਨਏ ਹੈਗਾ ਆ ਉਹ ਰੇਡੀਓਐਕਟਿਵ ਨਹੀਂ ਹੋਏਗਾ ਕਿਹੜੇ ਵਾਇਰਸਿਸ ਦੇ ਵਿੱਚ ਜਿਹੜੇ ਵਾਇਰਸਿਸ ਰੇਡੀਓਐਕਟਿਵ ਸਲਫਰ ਮੀਡੀਅਮ ਵਿੱਚ ਗਰੋ ਕੀਤੇ ਉਹਨਾਂ ਦੇ ਪ੍ਰੋਟੀਨ ਰੇਡੀਓਐਕਟਿਵ ਹੋਏਗਾ ਬਟ ਨਾਟ ਦਾ DNA because DNA does not have sulfur so radioactive phages ਜਿਹੜੇ ਹੈਗੇ ਆ ਫਿਰ ਉਹਨਾਂ ਨੂੰ ਅਲਾਉ ਕੀਤਾ ਗਿਆ ਟੂ ਅਟੈਚ ਟੂ ਦਾ E. coli ਬੈਕਟੀਰੀਆ E. coli ਬੈਕਟੀਰੀਆ ਜਾਂ ਤਾਂ ਰੇਡੀਓਐਕਟਿਵ ਜਿਹੜੇ phages ਸੀਗੇ having the radioactive phosphorus and having the radioactive protein coat ਉਹਨਾਂ ਨੂੰ ਅਲਾਉ ਕੀਤਾ ਗਿਆ ਟੂ ਅਟੈਚ ਟੂ ਦਾ E. coli ਬੈਕਟੀਰੀਆ ਫਿਰ ਕੀ ਹੋਇਆ ਦੈਨ ਦਾ ਇਨਫੈਕਸ਼ਨ ਪ੍ਰੋਸੀਡਡ ਫਿਰ ਉਸ ਤੋਂ ਬਾਅਦ ਇਨਫੈਕਸ਼ਨ ਹੋਈ ਹੈਗੀ ਹੈ ਵਾਇਰਲ ਕੋਡਸ ਜਿਹੜੇ ਹੈਗੇ ਆ ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਬਲੈਂਡਿੰਗ ਕਰਕੇ ਬਲੈਂਡਰ ਦੇ ਵਿੱਚ ਬਲੈਂਡਿੰਗ ਕਰਕੇ ਐਜੀਟੇਟ ਕਰਕੇ ਜਿਹੜੇ ਵਾਇਰਲ ਕੋਡਸ ਸੀਗੇ ਉਹਨਾਂ ਨੂੰ ਬੈਕਟੀਰੀਆ ਦੇ ਵਿੱਚੋਂ ਦੀ ਉਹਨਾਂ ਨੂੰ ਬਲੈਂਡਰ ਦੀ ਮਦਦ ਦੇ ਨਾਲ ਬਾਈ ਐਜੀਟੇਟਿੰਗ ਵਾਇਰਲ ਕੋਡਸ ਵਰ ਰਿਮੂਵ ਫਰਮ ਦਾ ਬੈਕਟੀਰੀਆ ਫਿਰ ਵਾਇਰਸ ਪਾਰਟੀਕਲਸ ਜਿਹੜੇ ਸੈਪਰੇਟ ਹੋਏ ਬੈਕਟੀਰੀਆ ਤੋਂ ਫਿਰ ਉਹਨਾਂ ਨੂੰ ਸੈਂਟਰੀਫਿਊਜ ਕੀਤਾ ਗਿਆ ਤੇ ਜਿਹੜੇ ਵਾਇਰਲ ਪਾਰਟੀਕਲਸ ਸੀਗੇ ਉਹ ਬੈਕਟੀਰੀਆ ਤੋਂ ਸੈਪਰੇਟ ਹੋ ਗਏ ਸੋ ਸਟੂਡੈਂਟਸ ਜਿਹੜੇ ਬੈਕਟੀਰੀਆ ਇਨਫੈਕਟ ਕੀਤੇ ਵਿਦ ਦਾ ਵਾਇਰਸਿਸ ਜਿਨ੍ਹਾਂ ਵਿੱਚ ਰੇਡੀਓਐਕਟਿਵ ਡੀਐਨਏ ਸੀਗਾ ਉਹ ਰੇਡੀਓਐਕਟਿਵ ਸੀਗੇ ਠੀਕ ਹੈ ਇਹ ਰੇਡੀਓਐਕਟਿਵ ਡੀਐਨਏ ਦੇ ਨਾਲ ਜਿਹੜੇ ਬੈਕਟੀਰੀਆ ਇਨਫੈਕਟ ਕੀਤੇ ਗਏ ਉਹ ਜਿਹੜੇ ਬੈਕਟੀਰੀਆ ਸੀ ਉਹ ਰੇਡੀਓ ਐਕਟਿਵ ਜਿਹੜੇ ਹੋ ਗਏ ਰੇਡੀਓਐਕਟਿਵ ਉਹ ਵਾਲੇ ਬੈਕਟੀਰੀਆ ਹੋ ਗਏ ਕਿਉਂਕਿ ਉਹਨਾਂ ਦੇ ਵਿੱਚ ਰੇਡੀਓਐਕਟਿਵ ਡੀਐਨਏ ਸੀਗਾ ਸੋ ਇਸ ਐਕਸਪੈਰੀਮੈਂਟ ਤੋਂ ਫਿਰ ਇਹ ਪ੍ਰੂਵ ਹੋ ਗਿਆ ਕਿ ਡੀਐਨਏ ਉਹ ਮਟੀਰੀਅਲ ਹੈਗਾ ਜਿਹੜਾ ਵਾਇਰਸਿਸ ਤੋਂ ਬੈਕਟੀਰੀਆ ਦੇ ਵਿੱਚ ਪਾਸ ਔਨ ਕੀਤਾ ਨਾਟ ਦਾ ਪ੍ਰੋਟੀਨ bacteria that were infected with the viruses that have radioactive proteins were not radioactive ਇਹ ਜਿਹੜੇ ਰੇਡੀਓਐਕਟਿਵ ਪ੍ਰੋਟੀਨ ਦੇ ਨਾਲ ਜਿਹੜੇ ਬੈਕਟੀਰੀਆ ਜਿਹੜੇ ਉਹਨਾਂ ਨੂੰ ਇਨਫੈਕਟ ਕੀਤਾ ਗਿਆ ਉਹ ਬੈਕਟੀਰੀਆ ਜਿਹੜੇ ਸੀ ਉਹ ਰੇਡੀਓਐਕਟਿਵ ਨਹੀਂ ਸੀਗੇ ਓਕੇ ਸਟੂਡੈਂਟਸ indicating that proteins ਜਿਹੜੇ ਆ they did not enter the bacteria from the viruses ਜਿਹੜੇ ਪ੍ਰੋਟੀਨਸ ਹੈਗੇ ਆ ਉਹ ਬੈਕਟੀਰੀਆ ਦੇ ਵਿੱਚੋਂ ਵਾਇਰਸਿਸ ਦੇ ਪ੍ਰੋਟੀਨਸ ਡਿਡ ਨਾਟ ਐਂਟਰ ਦਾ ਬੈਕਟੀਰੀਆ ਫਰੋਮ ਦਾ ਵਾਇਰਸਿਸ ਦੇ ਵਿੱਚੋਂ ਪ੍ਰੋਟੀਨਸ ਨਹੀਂ ਐਂਟਰ ਕੀਤੇ ਬੈਕਟੀਰੀਆ ਵਿੱਚ ਕਿਹੜੀ ਚੀਜ਼ ਐਂਟਰ ਕੀਤੀ ਹੈ ਡੀਐਨਏ ਐਂਟਰ ਕੀਤਾ ਹੈਗਾ ਆ ਇਸ ਕਰਕੇ ਡੀਐਨਏ ਇਜ਼ ਦਾ ਜੈਨੇਟਿਕ ਮਟੀਰੀਅਲ that is passed from the viruses to the bacteria so students ਇੱਕ ਵਾਰ ਤੁਸੀਂ ਫਿਰ ਇਸ ਡਾਇਗਰਾਮ ਨੂੰ ਦੇਖ ਲਓ ਤੁਹਾਨੂੰ ਇਹਦੇ ਤੋਂ ਕਲੀਅਰ ਹੋ ਜਾਏਗਾ ਹਰਸ਼ੀ ਐਂਡ ਚੀਜ਼ ਨੇ 1952 ਦੇ ਵਿੱਚ ਆਪਣੇ ਐਕਸਪੈਰੀਮੈਂਟਸ ਪਰਫਾਰਮ ਕੀਤੇ ਔਨ ਬੈਕਟੀਰੀਓਫੇਜਸ ਕੀ ਆ ਉਹ ਵਾਇਰਸਿਸ ਦੈਟ ਇਨਫੈਕਟ ਦਾ ਬੈਕਟੀਰੀਆ ਤੇ ਉਹਨੇ ਕੀ ਕੀਤਾ ਕਿ ਕੁਝ ਬੈਕਟੀਰੀਓਫੇਜਸ ਨੂੰ ਅਜਿਹੇ ਮੀਡੀਅਮ ਵਿੱਚ ਗਰੋ ਕੀਤਾ ਜਿਹਦੇ ਵਿੱਚ ਰੇਡੀਓਐਕਟਿਵ ਫਾਸਫੋਰਸ ਸੀਗੇ ਉਹ ਬੈਕਟੀਰੀਆ ਜਿਹੜੇ ਔਰ ਉਹਨਾਂ ਦਾ ਡੀਐਨਏ ਜਿਹੜਾ ਉਹ ਰੇਡੀਓਐਕਟਿਵ ਹੋ ਗਿਆ ਕਿਉਂਕਿ ਡੀਐਨਏ ਦੇ ਵਿੱਚ ਫਾਸਫੋਰਸ ਹੁੰਦਾ ਹੈ ਠੀਕ ਹੈ ਤੇ ਕੁਝ ਬੈਕਟੀਰੀਆ ਨੂੰ ਉਹਨਾਂ ਨੇ ਇਨਫੈਕਟ ਕੀਤਾ ਵਿਦ ਗਰੋ ਇਨ ਦਾ ਕਲਚਰ ਮੀਡੀਅਮ ਹੈਵਿੰਗ ਰੇਡੀਓਐਕਟਿਵ ਸਲਫਰ ਤਾਂ ਉਹਨਾਂ ਦੇ ਜਿਹੜੇ ਪ੍ਰੋਟੀਨਸ ਸੀਗੇ ਉਹ ਰੇਡੀਓਐਕਟਿਵ ਹੋ ਗਏ ਕਿਉਂਕਿ ਪ੍ਰੋਟੀਨਸ ਦੇ ਵਿੱਚ ਸਲਫਰ ਹੁੰਦਾ ਹੈ ਫਿਰ ਉਹਨਾਂ ਨੇ E. coli ਬੈਕਟੀਰੀਆ ਦੇ ਨਾਲ ਉਹਨਾਂ ਦੀ ਇਨਫੈਕਸ਼ਨ ਕੀਤੀ ਬੈਕਟੀਰੀਓਫੇਜਸ ਜਿਹੜੇ ਹੈਗੇ ਆ
ਉਹਨਾਂ ਨੂੰ ਅਟੈਚ ਕੀਤਾ ਵਿਦ ਈਕੋਲਾਈ ਇਨਫੈਕਸ਼ਨ ਕੀਤੀ ਤਾਂ ਫਿਰ ਉਹਨਾਂ ਨੇ ਦੇਖਿਆ ਆਫਟਰ ਬਲੈਂਡਿੰਗ ਐਂਡ ਦੈਨ ਸੈਂਟਰੀਫਿਊਗ ਕੀਤਾ ਕਿ ਜਿਹੜੇ ਬੈਕਟੀਰੀਅਲ ਸੈਲਸ ਹੈਗੇ ਆ ਜਿਨ੍ਹਾਂ ਨੂੰ ਅਜਿਹੇ ਬੈਕਟੀਰੀਓਫੇਜਸ ਨਾਲ ਇਨਫੈਕਟ ਕੀਤਾ ਜਿਨ੍ਹਾਂ ਵਿੱਚ ਰੇਡੀਓ ਐਕਟਿਵ ਫਾਸਫੋਰਸ ਹੈਗੀ ਆ ਤੇ ਉਹ ਬੈਕਟੀਰੀਅਲ ਸੈਲਸ ਰੇਡੀਓ ਐਕਟਿਵ ਹੋਏ ਆ ਔਰ ਜਿਹੜੇ ਬੈਕਟੀਰੀਅਲ ਸੈਲਸ ਨੂੰ ਅਜਿਹੇ ਬੈਕਟੀਰੀਓਫੇਜਸ ਨਾਲ ਇਨਫੈਕਟ ਕੀਤਾ ਜਿਨ੍ਹਾਂ ਵਿੱਚ ਰੇਡੀਓ ਐਕਟਿਵ ਸਲਫਰ ਸੀਗੀ ਉਹ ਬੈਕਟੀਰੀਅਲ ਸੈਲਸ ਰੇਡੀਓ ਐਕਟਿਵ ਨਹੀਂ ਹੋਏ ਬੈਕਟੀਰੀਆ that were infected with viruses that have radioactive proteins were not radioactive indicated that the proteins did not enter the bacteria from the viruses. So therefore the genetic material is DNA which is passed from the viruses to the bacteria. So student, this is all about today's lecture. I hope ਤੁਹਾਨੂੰ ਇਹ lecture